A very warm welcome to all my students. I am Shikha Arora, lecturer in English at Government Senior Secondary Smart School, Sekha, Barnala. My today's topic is message writing. ਹੁਣ ਤੁਹਾਨੂੰ ਸਾਰਿਆਂ ਨੂੰ ਟੌਪਿਕ ਦੇ ਅਨਾਉਂਸਮੈਂਟ ਤੋਂ ਹੀ ਪਤਾ ਲੱਗ ਗਿਆ ਹੋਣਾ ਕਿ ਇਹ ਇੰਪੋਰਟੈਂਟ ਟੌਪਿਕ ਹੈ, ਨਾ ਸਿਰਫ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਬਲਕਿ ਰੂਟੀਨ ਲਾਈਫ ਵਾਸਤੇ ਵੀ। ਤੁਸੀਂ ਕਿਸੇ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਮੈਸੇਜ ਕਿਸ ਤਰ੍ਹਾਂ ਲਿਖਣਾ ਚਾਹੀਦਾ ਹੈ, ਇਹ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ। ਇਹਦੇ ਵਿੱਚ ਆਪਾਂ ਹੁਣ ਕਰਨਾ ਕੀ ਹੈ, ਜਿਹੜੇ ਆਬਜੈਕਟਿਵਸ ਹੈ ਆਪਣੇ ਇਸ ਲੈਕਚਰ ਤੋਂ, ਉਹ ਇਹ ਹੈ ਕਿ ਤੁਹਾਨੂੰ ਪਰਪਸ ਪਤਾ ਹੋਣਾ ਚਾਹੀਦਾ ਹੈ ਮੈਸੇਜ ਰਾਈਟਿੰਗ ਦਾ, ਕਿ ਤੁਸੀਂ ਕਿਸੇ ਨੂੰ ਕੀ ਕਹਿਣਾ ਚਾਹ ਰਹੇ ਹੋ, ਕੀ ਮੈਸੇਜ ਦੇਣਾ ਹੈ। ਫਿਰ ਉਹਦੇ ਫੀਚਰਸ ਪ੍ਰੋਪਰ, ਕਿਸ ਤਰ੍ਹਾਂ ਲਿਖਣਾ ਕਿਵੇਂ ਹੈ, ਮੈਸੇਜ ਦੇ ਕੀ ਸਟੈਪਸ ਹੋਣੇ ਚਾਹੀਦੇ ਹੈ, ਇਹ ਸਾਰਾ ਕੁਝ ਤੁਹਾਨੂੰ ਮੈਸੇਜ ਰਾਈਟਿੰਗ ਦਾ ਟੌਪਿਕ ਸਮਝਣ ਤੋਂ ਬਾਅਦ ਬਿਲਕੁਲ ਕਲੀਅਰ ਹੋ ਜਾਏਗਾ। ਸੋ these are our learning objectives. What are our learning objectives? Ki you are going to understand the purpose of message writing, you are going to understand how to write a message and what are its features, you are going to know about the various steps in message writing. So ਇੱਥੋਂ ਤੱਕ ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਹੋਏਗੀ, ਔਰ ਜਿਹੜੀ ਵੀ ਗੱਲ ਇੱਥੋਂ ਤੱਕ ਕਲੀਅਰ ਨਹੀਂ ਹੋਈ ਉਹ ਅੱਗੇ ਤੁਹਾਨੂੰ ਜਦੋਂ ਮੈਂ ਸਿਖਾਵਾਂਗੀ ਕਿ ਮੈਸੇਜ ਲਿਖਣਾ ਕਿਵੇਂ ਹੈ, ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਏਗਾ। ਬੇਟੇ ਮੈਸੇਜ ਲਿਖਣ ਲੱਗੇ ਤੁਹਾਨੂੰ ਕੁਝ ਪੁਆਇੰਟ ਧਿਆਨ ਦੇ ਵਿੱਚ ਰੱਖਣੇ ਜ਼ਰੂਰੀ ਹੁੰਦੇ ਹੈ। ਉਹ ਪੁਆਇੰਟਸ ਕੀ ਨੇ ਕਿ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਮੈਸੇਜ ਹੈ ਉਹ ਬਾਕਸ ਦੇ ਵਿੱਚ ਹੋਣਾ ਚਾਹੀਦਾ ਹੈ। ਠੀਕ ਹੈ, ਪਲੇਸ ਦਾ ਮੈਸੇਜ ਇਨ ਅ ਬਾਕਸ, ਤਾਂ ਹੀ ਉਹ ਹਾਈਲਾਈਟ ਹੁੰਦਾ ਹੈ ਜਦੋਂ ਤੁਸੀਂ ਉਹਨੂੰ ਬਾਕਸ ਦੇ ਵਿੱਚ ਰੱਖਦੇ ਹੋ। ਸੈਕੰਡ, ਲੈਟਰ ਦੀ ਤਰ੍ਹਾਂ ਆਪਾਂ ਇੱਥੇ ਜਿਹੜਾ ਕੋਈ ਵੀ ਐਡਰੈਸ ਨਹੀਂ ਦੇਣਾ, ਆਪਾਂ ਵਿਦਆਊਟ ਐਨੀ ਐਡਰੈਸ ਮੈਸੇਜ ਲਿਖਣਾ ਹੈ। ਜਦੋਂ ਆਪਾਂ ਮੈਸੇਜ ਲਿਖਾਂਗੇ ਤੁਹਾਨੂੰ ਇਹ ਪੁਆਇੰਟ ਕਲੀਅਰ ਹੋ ਜਾਏਗਾ। ਥਰਡ ਪੁਆਇੰਟ ਜਿਹੜਾ ਆਪਣੇ ਕੋਲ ਹੈਗਾ ਉਹ ਹੈਗਾ ਕਿ ਸਟਿਕ ਟੂ ਦਾ ਵਰਡ ਲਿਮਿਟ ਆਫ 50 ਵਰਡਸ। ਬਹੁਤ ਜ਼ਿਆਦਾ ਲੰਬਾ ਮੈਸੇਜ ਨਹੀਂ ਲਿਖਣਾ ਹੁੰਦਾ। ਆਪਾਂ ਕਈ ਵਾਰ ਸੋਚਦੇ ਹਾਂ ਕਿ ਮੈਂ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਸਾਰਾ ਕੁਝ ਲਿਖ ਦਿਆ, ਟੀਚਰ ਖੁਸ਼ ਹੋ ਜਾਏਗਾ, ਮੈਨੂੰ ਨੰਬਰ ਮਿਲ ਜਾਣਗੇ। ਨੋ, ਸਿਰਫ ਆਪਣੇ ਕੋਲ ਜਿਹੜੀ ਵਰਡ ਲਿਮਿਟ ਹੈਗੀ ਉਹ 50 ਵਰਡਸ ਦੀ ਹੈ। ਬੜਾ ਜਿਹਨੂੰ ਕਹਿੰਦੇ ਕ੍ਰਿਸਪ ਮੈਸੇਜ ਹੋਣਾ ਚਾਹੀਦਾ ਹੈ ਕਿ ਤੁਹਾਡੀ ਗੱਲ ਜਿਹੜੀ ਮੇਨ ਹੈਗੀ ਸਿਰਫ ਉਹੀ ਲਿਖਣਾ ਹੈ, ਆਲਤੂ ਫਾਲਤੂ ਕੁਝ ਨਹੀਂ ਲਿਖਣਾ। ਨੈਕਸਟ ਜਿਹੜਾ ਆਪਣੇ ਕੋਲ ਚੀਜ਼ ਆ ਗਈ ਉਹ ਹੈਗੀ ਹੈ ਮੈਂਸ਼ਨ ਦਾ ਟਾਈਮ ਐਂਡ ਡੇਟ ਆਫ ਰਾਈਟਿੰਗ ਦਾ ਮੈਸੇਜ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਮੈਸੇਜ ਕਿਸੇ ਨੂੰ ਅੱਜ ਦੇਣਾ, ਉਹ ਕੱਲ ਪੜ ਰਿਹਾ ਹੈ, ਗੱਲ ਅੱਜ ਦੀ ਹੈ, ਤੇ ਮੰਨ ਲਓ ਤੁਸੀਂ ਕਿਸੇ ਨੂੰ ਮੈਸੇਜ ਦਿੱਤਾ ਕਿ 4 o'clock ਜਿਹੜਾ ਤੁਹਾਡਾ ਮੈਚ ਹੈ, ਠੀਕ ਹੈ, ਉਹ ਸੀਗਾ ਸੇ 14th ਆਫ ਐਨੀ ਮੰਥ, ਤੇ ਬੰਦਾ ਪਹੁੰਚ ਗਿਆ ਉੱਥੇ 15th ਜਾਂ 16th ਨੂੰ ਜਿੱਦਣ ਉਹਨੇ ਮੈਸੇਜ ਪੜਿਆ। ਨੋ, ਮੈਸੇਜ ਦੇ ਉੱਪਰ ਤੁਹਾਡਾ ਟਾਈਮ ਤੇ ਡੇਟ ਕਲੀਅਰਲੀ ਰਾਈਟ ਹੋਣੀ ਚਾਹੀਦੀ ਹੈ। ਨੈਕਸਟ ਜਿਹੜਾ ਸਟੈਪ ਆਪਣੇ ਕੋਲ ਹੈਗਾ that is use appropriate salutation। ਕਿਸੇ ਨੂੰ ਵੀ ਜਿਹਨੂੰ ਤੁਸੀਂ ਮੈਸੇਜ ਲਿਖ ਰਹੇ ਹੋ ਐਟਲੀਸਟ ਉਹਨੂੰ ਪ੍ਰੋਪਰ ਤੁਸੀਂ ਗ੍ਰੀਟ ਕਰੋਗੇ। ਗ੍ਰੀਟ ਨਾਟ ਇਨ ਦ ਸੈਂਸ ਬੁਲਾਓਗੇ, ਤਾਂ ਉਹਦਾ ਨਾਮ ਹੀ, ਈਵਨ ਜਿਵੇਂ ਤੁਹਾਡੀ ਕੋਈ ਫਰੈਂਡ ਹੈ ਸੇ ਸਲੋਨੀ ਔਰ ਮਾਨਵ ਔਰ ਕੁਝ ਵੀ ਤੁਸੀਂ ਨਾਮ ਲੈ ਸਕਦੇ ਹੋ, ਤਾਂ ਜਦੋਂ ਤੱਕ ਇਹ ਨਹੀਂ ਦੱਸੋਗੇ ਕਿ ਤੁਸੀਂ ਮੈਸੇਜ ਲਿਖ ਕਿਹਨੂੰ ਰਹੇ ਹੋ ਤਾਂ ਮੈਸੇਜ ਕਦੇ ਵੀ ਕਲੀਅਰ ਨਹੀਂ ਹੋਏਗਾ। ਇਸ ਗੱਲ ਕਰਕੇ ਤੁਹਾਨੂੰ ਉਸ ਮੈਸੇਜ ਦੇ ਉੱਪਰ ਪ੍ਰੋਪਰ ਇੱਕ ਨੇਮ ਲਿਖਣਾ ਜ਼ਰੂਰੀ ਹੈ, ਨੇਮ ਔਰ ਰਿਲੇਸ਼ਨ ਵਟਐਵਰ देयर ਇਜ਼ ਨੀਡਡ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਤੁਹਾਡਾ ਯੂਜ਼ ਇਨਡਾਇਰੈਕਟ ਸਪੀਚ। ਇਨਡਾਇਰੈਕਟ ਸਪੀਚ ਯੂਜ਼ ਕਰੋ ਤਾਂ ਬੈਟਰ ਹੁੰਦਾ ਹੈ। ਇਹ ਕਿਵੇਂ ਹੁੰਦਾ ਹੈ ਇਹ ਆਪਾਂ ਅੱਗੇ ਦੇਖਾਂਗੇ। ਨੈਕਸਟ ਤੁਹਾਡੀ ਚੀਜ਼ ਆ ਗਈ, ਦ ਲੈਂਗੁਏਜ ਸ਼ੁੱਡ ਬੀ ਸਿੰਪਲ ਐਂਡ ਈਜ਼ੀ ਟੂ ਅੰਡਰਸਟੈਂਡ। ਹੁਣ ਇਸ ਪੁਆਇੰਟ ਨੂੰ ਬੇਟਾ ਸਮਝੋ ਕਿ ਜੇ ਤੁਹਾਡੀ ਲੈਂਗੁਏਜ ਹੀ ਈਜ਼ੀ ਨਹੀਂ ਹੈ, ਸਿੰਪਲ ਨਹੀਂ ਹੈ, ਤੁਹਾਡਾ ਮੈਸੇਜ ਹੀ ਕਿਸੇ ਨੂੰ ਸਮਝ ਨਹੀਂ ਆ ਰਿਹਾ, ਤਾਂ ਉਸ ਮੈਸੇਜ ਦਾ ਕੀ ਫਾਇਦਾ। So your language should be simple and easy to understand. Next, you are having include only important and relevant details. Relevant मतलब ਜਿਹੜੀ ਜ਼ਰੂਰੀ ਹੋਵੇ, important ਜਿਹੜੀ ਕਿ ਮਹੱਤਵਪੂਰਨ ਹੈ। ਆਪਣੇ ਕੋਲ ਆਲਤੂ ਫਾਲਤੂ ਨਹੀਂ ਲਿਖੀ ਜਾਣਾ ਕੁਝ ਵੀ। ਮੈਸੇਜ ਦਾ ਤੁਹਾਨੂੰ ਪਹਿਲਾਂ ਵੀ ਕਿਹਾ crisp and clear, ਬਿਲਕੁਲ ਜਿਹੜੀ ਚੀਜ਼ ਨੀਡਡ ਹੈ ਬਸ ਉਹੀ ਲਿਖਣੀ ਹੈ, ਫਾਲਤੂ ਕੁਝ ਨਹੀਂ ਲਿਖਣਾ। ਨੈਕਸਟ ਬੇਟਾ ਤੁਹਾਡਾ ਆ ਗਿਆ ਮੇਕ ਯੂਜ਼ ਆਫ ਐਪਰੋਪ੍ਰੀਏਟ ਸਿੰਬਲਸ ਐਂਡ ਐਬਰੀਵੇਸ਼ਨਸ। ਜੇ ਕੋਈ ਐਬਰੀਵੇਸ਼ਨਸ ਨੀਡਡ ਹੈ, ਲਿਖਣੀਆਂ ਹੈ, ਉਹ ਬਿਲਕੁਲ ਕਲੀਅਰ ਹੋਣੀਆਂ ਚਾਹੀਦੀਆਂ, ਵੈਲਿਡ ਹੋਣੀਆਂ ਚਾਹੀਦੀਆਂ। ਫਾਲਤੂ ਨਹੀਂ, ਜਿਸ ਤਰ੍ਹਾਂ ਅੱਜ ਕੱਲ੍ਹ ਚਲਦੀਆਂ ਨੇ ਕਈ WhatsApp ਤੇ ਆਪਾਂ ਮੈਸੇਜ ਕਰਦੇ ਤਾਂ ਫਾਲਤੂ ਹੀ ਮਤਲਬ ਹਰ ਵਰਡ ਦੀਆਂ ਐਬਰੀਵੇਸ਼ਨਸ ਬਣੀਆਂ ਜਾਂਦੀਆਂ ਨੇ ਔਰ ਉਹ ਇਨਸਾਨ ਸਮਝਣ ਦੇ ਕਾਬਿਲ ਵੀ ਨਹੀਂ ਹੋ ਪਾਉਂਦਾ ਕਿ ਲਿਖਿਆ ਕੀ ਹੋਇਆ। ਇਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ, ਪ੍ਰੋਪਰ ਐਬਰੀਵੇਸ਼ਨਸ ਯੂਜ਼ ਕਰੋ। ਦੈਨ ਹੁਣ ਤੁਸੀਂ ਇੱਥੇ ਸੈਲੂਟੇਸ਼ਨ ਦੇਤੀ, ਜਿਹਨੂੰ ਮੈਸੇਜ ਲਿਖ ਰਹੇ ਹੋ ਉਹਦਾ ਨਾਮ ਦੇਤਾ,
ਨੈਕਸਟ ਜਿਹੜਾ ਜਦੋਂ ਤੁਸੀਂ ਐਂਡ ਕਰਨਾ ਹੈ ਪਤਾ ਤਾਂ ਚੱਲੇ ਵੀ ਮੈਸੇਜ ਜਿਹੜਾ ਕੌਣ ਦੇ ਰਿਹਾ ਹੈ, ਕਿਉਂਕਿ ਯੂ ਆਰ ਗਿਵਿੰਗ ਮੈਸੇਜ ਇਨ ਰਾਈਟਿੰਗ ਫॉर्म, ਲਿਖ ਕੇ ਇੱਕ ਸਲਿੱਪ ਰੱਖ ਕੇ ਜਾ ਰਹੇ ਹੋ, ਇੱਕ ਕਾਗਜ਼ ਰੱਖ ਕੇ ਜਾ ਰਹੇ ਹੋ, ਕੁਝ ਪੇਪਰ ਰੱਖ ਕੇ ਜਾ ਰਹੇ ਹੋ, ਤਾਂ ਕਿਹਨੂੰ ਕੀ ਪਤਾ ਕਿ ਮੈਸੇਜ ਕੌਣ ਦੇ ਰਿਹਾ, ਤਾਂ ਐਟਲੀਸਟ ਤੁਹਾਡਾ ਨਾਮ ਜਿਹੜਾ ਐਂਡ ਤੇ ਤੁਸੀਂ ਉਹਦੇ ਲਿਖਣਾ ਹੁੰਦਾ ਹੈ। ਹੁਣ ਆਪਣੇ ਕੋਲ ਇੱਕ ਸੈਂਪਲ ਲੈ ਕੇ ਚੱਲਾਂਗੇ ਆਪਾਂ, ਜਿਹਦੇ ਨਾਲ ਆਪਾਂ ਨੂੰ ਕਲੀਅਰ ਹੋ ਜਾਏਗਾ ਕਿ ਮੈਸੇਜ ਆਪਾਂ ਲਿਖਣਾ ਕਿਵੇਂ ਹੈ। ਰੀਡ ਦ ਟੈਲੀਫੋਨਿਕ ਕਨਵਰਸੇਸ਼ਨ ਬਿਟਵੀਨ ਮਾਨਵ ਐਂਡ ਸੋਨਮ। ਹੁਣ ਬੇਟੇ ਟੈਲੀਫੋਨਿਕ ਕਨਵਰਸੇਸ਼ਨ ਹੈ, ਸੇਮ ਮਾਨਵ ਨੇ ਕਾਲ ਕੀਤਾ, ਕਾਲ ਕਿਨੇ ਫੋਨ ਕਿਨੇ ਚੱਕਿਆ ਅੱਗੋਂ, ਸੋਨਮ ਨੇ, ਠੀਕ ਹੈ। ਔਰ ਹੁਣ ਉਹ ਕੀ ਗੱਲ ਚੱਲ ਰਹੀ ਹੈ ਉਹ ਆਪਾਂ ਦੇਖਾਂਗੇ, ਔਰ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਹੈ, ਇਸੇ ਗੱਲ ਤੋਂ ਆਪਾਂ ਅੱਗੇ ਮੈਸੇਜ ਕਿਵੇਂ ਲਿਖਿਆ ਜਾਣਾ ਹੈ ਇਸ ਗੱਲ ਦਾ ਆਪਾਂ ਨੂੰ ਪਤਾ ਚੱਲੇਗਾ। ਸੋ here Manav is saying hello, may I speak to Simran? ਉਹਨੇ ਮਾਨਵ ਨੇ ਸਿਮਰਨ ਨਾਲ ਗੱਲ ਕਰਨੀ ਹੈ। Sonam is saying I'm sorry she is not at home, why didn't she come to school today? मानव पूछ रहे हैं कि स्कूल क्यों नहीं आई। Sonam said she has gone to attend a marriage with her mother। तो मानव ने अगो की क्या है कि will you please convey my message to her, कि तुसी मेरा मैसेज दे दोगे। तो सोनम is asking what is it, की मैसेज देना है। ਹੁਣ ਬੇਟੇ ਇੱਥੋਂ ਤੱਕ ਗੱਲ ਤੁਹਾਨੂੰ ਪਤਾ ਲੱਗ ਗਈ ਕਿ ਮਾਨਵ ਨੇ ਕਾਲ ਕੀਤੀ ਸਿਮਰਨ ਦੇ ਨਾਲ ਗੱਲ ਕਰਨ ਵਾਸਤੇ, ਫੋਨ ਅਟੈਂਡ ਕਰ ਰਹੀ ਹੈ ਸੋਨਮ, ਐਂਡ ਸੋਨਮ ਹੁਣ ਉਹਦੇ ਤੋਂ ਮੈਸੇਜ ਲੈਣ ਜਾ ਰਹੀ ਹੈ ਮਾਨਵ ਤੋਂ ਸਿਮਰਨ ਵਾਸਤੇ, ਔਰ ਇਹੀ ਆਪਣਾ ਮੇਨ ਕੰਟੈਂਟ ਰਹੇਗਾ ਮੈਸੇਜ ਦੇ ਵਿੱਚ। मानव कह रहा है tell her to bring my drawing and sketchbook to school tomorrow, she should also get a set of oil colors, I shall meet her at the school tomorrow। ने कहा कि मेरी ड्राइंग बुक ते स्केचबुक लेके आ जाओ स्कूल, ते ऑयल कलर्स भी लियाने जरूरी ने, ठीक है, और आई शैल मीट हर एट स्कूल टुमारो, मैं उन्हें कल स्कूल मिलांगा। सोनम सेड ओके आई विल टेल हर, एंड मानव सेड थैंक्स। ये ਤੁਹਾਡਾ ਮੇਨ ਤੁਹਾਨੂੰ ਸਟੇਟਮੈਂਟ ਇਸ ਤਰ੍ਹਾਂ ਦਿੱਤੀ ਹੋਏਗੀ ਕਿ ਉਹ ਟੈਲੀਫੋਨਿਕ ਕਨਵਰਸੇਸ਼ਨ ਹੈ ਜਾਂ ਐਸ ਸੱਚ ਕੋਈ ਕਨਵਰਸੇਸ਼ਨ ਹੈ ਜਿਹਦੇ ਵਿੱਚ ਇੱਕ ਜਾਣੇ ਨੇ ਦੂਜੇ ਜਾਣੇ ਨੂੰ ਮੈਸੇਜ ਕਨਵੇ ਕਰਨਾ ਹੈ। तो दिस इज द मेन थिंग, ये स्टेटमेंट आ गई ਤੁਹਾਡੀ, और मैं ਤੁਹਾਨੂੰ हमेशा कहनी है कि स्टेटमेंट मीन्स एवरीथिंग, स्टेटमेंट मीन्स कि you are going to have marks now। ਕਿਵੇਂ ਲੈਣੇ ਆਪਾਂ ਨੰਬਰ? ਹਾਂਜੀ ਬੇਟਾ, ਤਾਂ ਹੁਣ ਆਪਾਂ ਮੈਸੇਜ ਲਿਖਣ ਜਾ ਰਹੇ ਹਾਂ। ਮੈਸੇਜ ਵਾਸਤੇ ਜਿਸ ਤਰ੍ਹਾਂ ਪੁਆਇੰਟਸ ਟੂ ਰਿਮੈਂਬਰ ਦੇ ਵਿੱਚ ਆਪਾਂ ਸਭ ਤੋਂ ਪਹਿਲੀ ਗੱਲ ਕਹੀ ਸੀ ਕਿ देयर शुड बी अ बॉक्स, ਇਹ ਆਪਣਾ ਬਾਕਸ ਹੋ ਗਿਆ। ਬਾਕਸ ਦੀ ਜਿਹੜੀ 4th ਲਾਈਨ ਹੈ, ਐਂਡਿੰਗ ਲਾਈਨ ਹੈਗੀ ਹੈ ਜਿਹੜੀ, ਉਹ ਤੁਸੀਂ ਬਾਅਦ ਚ ਵੀ ਬਣਾ ਸਕਦੇ ਹੋ ਜਿੰਨਾ ਤੁਹਾਡਾ ਮੈਸੇਜ ਹੋ ਗਿਆ ਉਹਨੂੰ ਕੰਪਲੀਟ ਕਰਕੇ। ਦੈਨ ਆਪਾਂ ਕਰਨਾ ਕੀ ਹੈ, ਸਟਾਰਟ ਕਿਵੇਂ ਕਰਨਾ ਹੈ, ਆਪਾਂ ਸਟਾਰਟ ਕਰਨਾ ਹੈ ਸਾਰਿਆਂ ਤੋਂ ਪਹਿਲਾਂ ਦੇਖੋ ਆਪਾਂ ਬਲੌਕ ਲੈਟਰਸ ਦੇ ਵਿੱਚ ਬਿਲਕੁਲ ਸੈਂਟਰ ਦੇ ਵਿੱਚ ਲਿਖਤਾ ਕਿ ਮੈਸੇਜ, ਆਈ ਐਮ ਗੋਇੰਗ ਟੂ ਰਾਈਟ ਅ ਮੈਸੇਜ ਨਾਓ। ਫਿਰ ਜਿਸ ਤਰ੍ਹਾਂ ਆਪਾਂ ਨੂੰ ਪੁਆਇੰਟਸ ਟੂ ਰਿਮੈਂਬਰ ਦੇ ਵਿੱਚ ਕਿਹਾ ਸੀਗਾ ਕਿ ਡੇਟ ਲਿਖਣੀ ਹੈ, ਇਹ ਡੇਟ ਕਿਉਂਕਿ ਆਪਾਂ ਸੈਂਪਲ ਲੈ ਰਹੇ ਹਾਂ ਤਾਂ ਸੈਂਪਲ ਦੇ ਵਿੱਚ ਆਪਾਂ ਕੀ ਕੀਤਾ ਹੋਇਆ ਹੈ, ਆਪਾਂ ਡੇਟ ਕੰਪਲੀਟ ਨਹੀਂ ਕੀਤੀ ਹੋਈ, ਬਟ ਆਪਾਂ ਜਦੋਂ ਲਿਖਾਂਗੇ ਅੱਜ ਜਿਵੇਂ ਹੈ ਅਗਸਤ 17, ਤਾਂ 17th ਆਫ ਅਗਸਤ ਤੇ ਆਪਾਂ ਲਿਖਾਂਗੇ ਅਗਸਤ 17 2020, ਇੱਥੇ ਆਪਣੀ ਇਹ ਡੇਟ ਆ ਜਾਏਗੀ। ਦੈਨ ਆਪਾਂ ਉਹਨਾਂ ਨੇ ਆਪਾਂ ਨੂੰ ਕਿਹਾ ਸੀਗਾ ਕਿ ਆਪਾਂ ਟਾਈਮ ਵੀ ਲਿਖਣਾ ਹੈ, ਤਾਂ ਦੋ ਆਪਾਂ ਇੱਥੇ ਚੀਜ਼ਾਂ ਪਹਿਲਾਂ ਕੀ ਬਣਾ ਲਈਆਂ, ਇੱਕ ਆਪਾਂ ਮੈਸੇਜ ਲਿਖਤਾ, ਇੱਕ ਹੈਡਿੰਗ ਦਿੱਤੀ ਮੈਸੇਜ ਹੈ, ਫਿਰ ਆਪਾਂ ਡੇਟ ਦੇਤੀ, ਫਿਰ ਆਪਾਂ ਟਾਈਮ ਦੇਤਾ, ਠੀਕ ਹੈ। ਇੱਥੋਂ ਤੱਕ ਤੁਹਾਨੂੰ ਜਿਹੜਾ ਇਹਦਾ ਪੈਟਰਨ ਹੈਗਾ ਉਹ ਕਲੀਅਰ ਹੋ ਗਿਆ, ਫਾਰਮੈਟ ਕੀ ਫੋਲੋ ਕਰ ਰਹੇ ਆ ਆਪਾਂ ਉਹ ਕਲੀਅਰ ਹੋ ਗਿਆ। ਨੈਕਸਟ ਬੇਟਾ, ਜਿਹਨੂੰ ਤੁਸੀਂ ਹੁਣ ਉਹਨੇ ਫੋਨ ਕਿਹਨੂੰ ਮੈਸੇਜ ਦੇਣ ਵਾਸਤੇ ਕੀਤਾ ਸੀਗਾ, ਸਿਮਰਨ ਨੂੰ, ਤਾਂ ਸਿਮਰਨ ਜਿਹੜੀ ਸੈਲੂਟੇਸ਼ਨ ਆ ਗਈ ਉਹ ਆ ਗਈ ਸਿਮਰਨ, ਸਿਮਰਨ ਨੂੰ ਆਪਾਂ ਮੈਸੇਜ ਲਿਖ ਰਹੇ ਹਾਂ। ਹੁਣ ਮੈਸੇਜ ਕੀ ਸੀਗਾ, ਮਾਨਵ ਨੇ ਕਾਲ ਕੀਤੀ ਸੀਗੀ ਸਿਮਰਨ ਦੇ ਨਾਲ ਗੱਲ ਕਰਨ ਵਾਸਤੇ, ਕਾਲ ਕਿਨੇ ਚੱਕੀ, ਸੋਨਮ ਨੇ, ਸੋਨਮ ਮੈਸੇਜ ਦੇ ਰਹੀ ਹੈ, ਸੋਨਮ ਕੀ ਕਹੇਗੀ ਕਿ ਮਾਨਵ ਰੈਂਗ ਅਪ ਦਾ ਮਤਲਬ ਕਾਲ ਕੀਤੀ, ਟੂ ਟੈਲ ਯੂ that you should take his drawing and sketchbook to school tomorrow, he has requested you to carry a set of oil colors also, he shall meet you in the school। कौन बोल रहा है मैसेज, लिख कौन रहा है, सोनम, ਤਾਂ ਐਂਡ ਆਪਾਂ ਕਦੇ ਨਾਲ ਕਰਤਾ ਸੋਨਮ ਦੇ ਨਾਲ। ਦੇਖੋ ਉਹਨੇ ਬਿਲਕੁਲ ਕੀ ਗੱਲ ਲਿਖੀ ਜਿੰਨੀ ਜ਼ਰੂਰੀ ਹੈ,
कोई hello, how are you, hope you are fine, yeah I am fine and you will also be in the same, ਇਹ ਸਾਰਾ ਕੁਝ ਬਿਲਕੁਲ ਵੀ ਉਹਨੇ ਕੁਝ ਫਾਲਤੂ ਨਹੀਂ ਲਿਖਿਆ। ਉਹਨੇ ਕਿਹਾ ਕਿ ਆ ਮੈਸੇਜ ਹੈ ਬਈ ਇਸ ਡੇਟ ਦਾ ਵੇ, ਇੰਨੇ ਟਾਈਮ ਤੇ ਮੈਸੇਜ ਦਿੱਤਾ ਜਾ ਰਿਹਾ ਹੈ, ਇਸ ਬੰਦੇ ਨੂੰ ਮੈਸੇਜ ਦਿੱਤਾ ਜਾ ਰਿਹਾ ਹੈ, ਆ ਮੈਸੇਜ ਦਾ ਕੰਟੈਂਟ ਹੈ ਤੇ ਕੌਣ ਬੰਦਾ ਮੈਸੇਜ ਲਿਖ ਰਿਹਾ ਹੈ, ਸੋਨਮ। ਹੁਣ ਦੇਖੋ ਬਿਲਕੁਲ ਈਜ਼ੀ ਚੀਜ਼ ਹੈ, ਕੁਝ ਵੀ ਤੁਸੀਂ ਆਪਣੇ ਕੋਲੋਂ, ਅਗੇਨ ਮੇਰੀ ਉਹੀ ਗੱਲ ਹੁੰਦੀ ਹੈ ਕਿ ਤੁਸੀਂ ਕੁਝ ਵੀ ਆਪਣੇ ਕੋਲੋਂ ਨਹੀਂ ਕਰਨਾ, ਸਾਰੇ ਦੇ ਸਾਰੇ ਤੁਹਾਡੇ ਜਿਹੜੇ ਨੰਬਰ ਹੈ ਉਹ ਫ੍ਰੀ ਦੇ ਨੇ। ਉਹ ਕਿਵੇਂ ਫ੍ਰੀ ਦੇ ਨੇ, ਤੁਸੀਂ ਹੁਣ ਇੱਥੇ ਬੇਟਾ ਕੰਪੇਅਰ ਕਰੋ, ਮੈਂ ਤੁਹਾਨੂੰ ਬਿਲਕੁਲ ਵਧੀਆ ਤਰੀਕੇ ਦੇ ਨਾਲ ਕੰਪੇਅਰ ਕਰਕੇ ਦਿਖਾਣੀ ਹੈ। ਪਹਿਲੀ ਗੱਲ ਤਾਂ ਤੁਹਾਡੇ ਕੋਲ ਨਾਮ ਦਿੱਤੇ ਹੋਏ ਹੈ, ਨਾਮ ਕੀ ਹੈ, ਇੱਕ ਤਾਂ ਤੁਹਾਡੇ ਕੋਲ ਨਾਮ ਆ ਗਿਆ ਮਾਨਵ, ਜਿਹਨੇ ਫੋਨ ਕੀਤਾ, ਫੋਨ ਚੱਕਿਆ ਕਿਨੇ, ਸੋਨਮ ਨੇ, ਠੀਕ ਹੈ। ਗੱਲ ਕਿਹਦੇ ਨਾਲ ਕਰਨੀ ਸੀਗੀ, ਸਿਮਰਨ ਦੇ ਨਾਲ। ਹੋ ਗਿਆ ਪੁਆਇੰਟ ਕਲੀਅਰ ਇੱਥੋਂ ਤੱਕ। ਹੁਣ ਮੈਸੇਜ ਮੇਨ ਕੀ ਸੀਗਾ, ਟੈਲ ਹਰ ਟੂ ਬ੍ਰਿੰਗ ਮਾਈ ਡਰਾਇੰਗ ਐਂਡ ਸਕੈਚ ਬੁੱਕ ਟੂ ਸਕੂਲ ਟੂਮੋਰੋ, ਆ ਤੁਹਾਡਾ ਮੈਸੇਜ ਹੈ। ਹੁਣ ਆਪਾਂ ਇੱਥੇ ਕੀ ਕੀਤਾ, ਦੇਖੋ ਸਿਮਰਨ ਨੂੰ ਮੈਸੇਜ ਦੇਣਾ, ਸਿਮਰਨ ਲਿਖਤਾ, ਮੈਸੇਜ ਦੇ ਰਹੀ ਹੈ ਸੋਨਮ, ਐਂਡ ਤੇ ਉਹਨੇ ਆਪਦਾ ਨਾਮ ਲਿਖ ਦੇਣਾ ਹੈ। ਕਿਨੇ ਕਾਲ ਕੀਤੀ, ਮਾਨਵ ਨੇ, ਮਾਨਵ ਰੈਂਗ ਅਪ, ਕੀ ਦੱਸਣ ਵਾਸਤੇ ਕਾਲ ਕੀਤੀ, ਆ ਦੱਸਣ ਵਾਸਤੇ, ਟੈਲ ਹਰ ਟੂ ਬ੍ਰਿੰਗ ਮਾਈ ਡਰਾਇੰਗ ਐਂਡ ਸਕੈਚ ਬੁੱਕ। ਔਰ ਇਹੀ ਗੱਲ ਆਪਾਂ ਚੱਕ ਕੇ ਲਾਈਨ ਇੱਥੇ ਲਿਖ ਦੇਣੀ ਹੈ ਕਿ ਦੇਖੋ ਮਾਨਵ ਰੈਂਗ ਅਪ ਟੂ ਟੈਲ you that you should take his drawing, ਇੱਥੇ ਬਸ ਮਾਈ ਹੈ ਕਿਉਂਕਿ ਮਾਨਵ ਦੀ ਬੁੱਕ ਹੈ ਤਾਂ ਆਪਾਂ ਇੱਥੇ his ਕਰਤਾ, his drawing and sketch book to school tomorrow। ਹੋਰ ਉਹਨੇ ਕੀ ਰਿਕੁਐਸਟ ਕੀਤੀ ਹੈ, ਇੱਥੇ ਲਿਖਿਆ ਹੋਇਆ ਦੇਖੋ, she should also get a set of oil colors, ਇੱਥੇ ਉਹਨੇ ਕੀ ਕੀਤਾ, he has requested you to carry a set of oil colors, ਠੀਕ ਹੈ। I shall meet her at the school tomorrow, he shall meet you in the school। ਕੁਛ ਵੀ ਲਿਟਰਲੀ ਕੁਛ ਵੀ ਤੁਸੀਂ ਆਪਦੇ ਕੋਲੋਂ ਨਹੀਂ ਲਿਖ ਰਹੇ, ਸਾਰਾ ਦਾ ਸਾਰਾ ਤੁਹਾਨੂੰ ਮੈਂ ਤਾਂ ਹੀ ਕੰਪੇਅਰ ਕਰਕੇ ਦਿਖਾਇਆ, ਤੁਹਾਨੂੰ ਆਮਨੇ ਸਾਹਮਣੇ ਰੱਖਤੀ, ਸਟੇਟਮੈਂਟ ਰੱਖਤੀ, ਔਰ ਤੁਹਾਡੀ ਜਿਹੜੀ ਹੈ ਅਟੈਂਪਟ ਤੁਸੀਂ ਕਰਨਾ ਹੈਗਾ ਮੈਸੇਜ ਰਾਈਟਿੰਗ ਦਾ ਉਹ ਸਾਹਮਣੇ ਰੱਖਤਾ ਕਿ ਕੁਛ ਵੀ ਜਿਹੜਾ ਹੈ ਤੁਸੀਂ ਆਪਦੇ ਕੋਲੋਂ ਨਹੀਂ ਕਰਨਾ। ਜਿਸ ਤਰ੍ਹਾਂ ਤੁਸੀਂ ਇੰਗਲਿਸ਼ ਲਿਖਣ ਵਿੱਚ ਘਬਰਾਉਂਦੇ ਹੋ ਤਾਂ ਇਹਦੇ ਵਿੱਚ ਕੁਛ ਹੈ ਹੀ ਨਹੀਂ ਹੈ, ਬਸ ਇਹ ਹੈ ਕਿ ਮਾਨਵ ਕਹਿ ਰਿਹਾ ਮਾਈ ਬੁੱਕ ਤੇ ਤੁਸੀਂ ਕਹਿ ਦੇਣਾ ਹੈ ਉਹਦੇ ਵੱਲੋਂ ਸੋਨਮ ਵੱਲੋਂ ਹਿਸ ਬੁੱਕ, ਬਸ ਇੰਨਾ ਤੁਹਾਡਾ ਕੰਮ ਹੈ। ਜਿਹੜੇ ਪੁਆਇੰਟਸ ਟੂ ਰਿਮੈਂਬਰ ਤੁਹਾਨੂੰ ਕਹੇ ਸੀਗੇ ਉਹਨਾਂ ਦਾ ਧਿਆਨ ਰੱਖਣਾ ਹੈ, ਤਾਂ ਆਪਣਾ ਇੱਥੇ ਹੀ ਕੰਮ ਸਾਰਾ ਫਿਨਿਸ਼ ਹੋ ਗਿਆ। ਬਿਲਕੁਲ ਜਿਹੜੀ ਤੁਹਾਡੀ ਮੈਸੇਜ ਰਾਈਟਿੰਗ ਹੈ ਈਜ਼ੀਐਸਟ ਆਫ ਐਵਰੀਥਿੰਗ, ਸੋ ਬਿਲਕੁਲ ਵੀ ਅਫਰੇਡ ਨਹੀਂ ਹੋਣਾ, ਬਿਲਕੁਲ ਵੀ ਫੀਅਰਫੁਲ ਨਹੀਂ ਹੋਣਾ, ਕ੍ਰੀਏਟਿਵ ਰਾਈਟਿੰਗ ਬਿਲਕੁਲ ਖੁੱਲ ਕੇ ਕਰਨੀ ਹੈ, ਆਪਣੇ ਮਨ ਦੇ ਨਾਲ ਕਰਨੀ ਹੈ, ਸਿਰਫ ਫਾਰਮੈਟ ਦਾ ਧਿਆਨ ਰੱਖਣਾ ਹੈ, ਪੁਆਇੰਟਸ ਟੂ ਰਿਮੈਂਬਰ ਦਿਮਾਗ 'ਚ ਰੱਖਣੇ ਹੈ, ਬਿਲਕੁਲ ਰੱਟਾ ਨਹੀਂ ਲਾਣਾ, ਕੋਈ ਕ੍ਰੈਮਿੰਗ ਨਹੀਂ ਹੈ, ਕੋਈ ਕੁਛ ਨਹੀਂ ਹੈ, everything is going to be on track। So start practicing each and everything, start practicing your creative writing, you are going to rock। Thank you so much, keep on practicing, keep on watching these lectures to learn more and more। Thank you।